ਮਿੰਟੂ ਜੀ, ਖਬਰਾਂ ਦੇ ਵਿੱਚ ਕਾਫੀ ਇਸ ਵੇਲੇ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਨੇ। ਇਹ ਦੱਸਿਓ, ਲੋਕ ਸਭਾ ਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ 2022 ਪੇਸ਼ ਕੀਤਾ ਗਿਆ, ਚੁਫੇਰਿਓਂ ਵਿਰੋਧ ਮਗਰੋਂ ਹੁਣ ਸੰਸਦ ਦੀ ਸਥਾਈ ਕਮੇਟੀ ਕੋਲ ਇਸ ਬਿੱਲ ਨੂੰ ਭੇਜ ਦਿੱਤਾ ਗਿਆ। ਕੀ ਵੇਰਵਾ ਜੀ ਇਹ ਸਾਰੀ ਗੱਲਬਾਤ ਆ? देखो विजय जी, ये जो बिजली सोध बिल है एक्चुअल ਦੇ ਵਿੱਚ 2020 सोध बिल ਜਿਹੜਾ ਉਹ ਲਟਕਦਾ 2022 ਤੀਕ ਆ ਗਿਆ ਤੇ ਹੁਣ ਤੇ ਮੇਰੇ ਖਿਆਲ ਦੇ ਨਾਲ ਹੋਰ ਲਟਕ ਜਾਏਗਾ ਕਿਉਂਕਿ ਸੰਸਦ ਦੀ ਸਟੈਂਡਿੰਗ ਕਮੇਟੀ ਕੋਲ ਚਲੇ ਗਿਆ ਵਾ ਜੀ ਕਿ ਉਧਰੋਂ ਆਰਗੂ ਇਹ ਆਉਂਦਾ ਹੈ ਕਿ ਬਿਲਕੁਲ ਜੀ ਸਹੀ ਆ, ਗਾਹਕ ਨੂੰ ਬੜਾ ਫਾਇਦਾ ਹੋਏਗਾ, ਇਹਦੇ ਨਾਲ ਮੁਕਾਬਲੇਬਾਜ਼ੀ ਵਧੇਗੀ, ਗੁਣਵੱਤਾ ਆਏਗੀ ਵਗੈਰਾ ਵਗੈਰਾ। ਜਿਵੇਂ ਖੇਤੀ ਕਾਨੂੰਨਾਂ ਦੇ ਲਾਹਾ ਗਣਾਉਣ ਵਾਲੇ ਬੜੇ ਚਿਣ ਕੇ ਲਾਹਾ ਗਣਾਉਂਦੇ ਸੀਗੇ, ਤਾਂ ਇਸੇ ਤਰ੍ਹਾਂ ਜਿਹੜੀ ਓਪੋਜੀਸ਼ਨ ਹੁੰਦੀ ਆ, ਵਿਰੋਧੀ ਧਿਰ ਹੁੰਦੀ ਆ, ਤਾਂ ਉਹ ਉਹਦੇ ਚੋਂ ਖਾਮੀਆਂ ਕੱਢਦੀ। ਔਰ ਜੇ ਆਪਾਂ ਖਾਮੀਆਂ ਦੀ ਗੱਲ ਕਰੀਏ, ਸਭ ਤੋਂ ਵੱਡੀ ਇਹਦੇ 'ਚ ਖਾਮੀ ਇਹ ਸੀਗੀ ਕਿ ਇਹਦੇ ਵਿੱਚ ਸਬਸਿਡੀ ਵਾਲਾ ਜਿਹੜਾ ਮਸਲਾ ਹੈ ਉਹ ਬਿਲਕੁਲ ਇਸ ਤਰ੍ਹਾਂ ਦਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਉਹਦਾ। ਮਤਲਬ ਕਿ ਸਿੱਧੇ ਤੌਰ ਤੇ ਸਬਸਿਡੀ ਜਿਹੜੀ ਖਾਤੇ 'ਚ ਜਾਏਗੀ ਤਾਂ ਇਹਦਾ ਰੌਲਾ ਪੈ ਜਾਣਾ ਹੈ ਕਿਉਂਕਿ ਜ਼ਮੀਨ ਦਾ ਜਿਹੜਾ ਮਾਲਕ ਹੈ ਉਹ ਕੋਈ ਹੋਰ ਹੁੰਦਾ ਤੇ ਪੰਜਾਬ ਦੇ ਵਿੱਚ ਜ਼ਮੀਨ ਠੇਕੇ ਤੇ ਵਾਹ ਕੋਈ ਹੋਰ ਰਿਹਾ ਹੁੰਦਾ ਹੈ ਜੀ। ਤਾਂ ਇਸ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਸੀਗੀਆਂ ਪੰਜਾਬ ਦੇ ਲਿਹਾਜ਼ ਨਾਲ ਦੇਖੋਗੇ ਤਾਂ ਵੈਸੇ ਤੇ ਜੇ ਗਣਾਈਏ ਤਾਂ ਕਾਫੀ ਲੰਬਾ ਸਮਾਂ ਚਾਹੀਦਾ ਵਿਜੇ ਜੀ। ਉਹਦੇ ਵਿੱਚ ਜਿਵੇਂ ਆਪਣੀਆਂ ਸਟੇਟ ਦੀਆਂ ਰੈਗੂਲੇਟਰੀ ਬਾਡੀਆਂ ਹੁੰਦੀਆਂ ਨੇ, ਇਹ ਖਤਮ ਕਰਨ ਦਾ ਪ੍ਰਬੰਧ ਹੈ ਜਾਂ ਇਹਨਾਂ ਨੂੰ ਕਹਿ ਲਓ ਕਿ ਬਿਲਕੁਲ ਪ੍ਰਭਾਵਹੀਨ ਕਰ ਦਿੱਤਾ ਜਾਏਗਾ। ਫਿਰ ਇਸ ਤੋਂ ਇਲਾਵਾ ਨਿੱਜੀ ਪਲੇਅਰ ਜਿਹੜੇ ਆ ਉਹ ਡਿਸਟ੍ਰੀਬਿਊਸ਼ਨ ਦੇ ਸੈਕਟਰ ਦੇ ਵਿੱਚ ਵੀ ਆ ਜਾਣਗੇ। ਹਾਲ ਦੀ ਘੜੀ ਉਹਦੇ ਤੋਂ ਬਾਹਰ ਆ, ਤਾਂ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਨਰੇਸ਼ਨ ਟਰਾਂਸਮਿਸ਼ਨ ਤੋਂ ਬਾਅਦ ਡਿਸਟ੍ਰੀਬਿਊਸ਼ਨ 'ਚ ਵੀ ਉਹ ਆ ਜਾਣਗੇ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਫਰੈਂਚਾਈਜ਼ੀ ਸਿਸਟਮ ਸ਼ੁਰੂ ਹੋ ਜਾਏਗਾ। ਫਰੈਂਚਾਈਜ਼ੀ ਸਿਸਟਮ ਦਾ ਮਤਲਬ ਕਿ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਹੈ, ਮਸਲਨ ਪਟਿਆਲੇ ਦੇ ਵਿੱਚ ਬੜੀ ਕਮਾਈ ਆ, ਉਹ ਪਟਿਆਲਾ ਲੈ ਸਕਦੇ ਨੇ ਜੀ। ਦੂਸਰੀ ਕੰਪਨੀ ਨੂੰ ਲੱਗਦਾ ਕਿ ਯਾਰ ਮੈਂ ਜਾ ਕੇ ਉੱਥੇ ਮੁਕਾਬਲੇ 'ਚ ਖੜਾ ਕਰ ਸਕਦਾ ਆਪਣਾ ਬਿਜ਼ਨਸ, ਤਾਂ ਉਹ ਵੀ ਉੱਥੇ ਆ ਸਕਦੇ ਨੇ। ਫਿਰ ਤੀਸਰਾ ਆ ਸਕਦਾ। ਤਾਂ ਇੱਦਾਂ ਫਰੈਂਚਾਈਜ਼ੀ ਸਿਸਟਮ ਹੈ ਉਹਨੂੰ ਲਾਇਸੈਂਸ ਸਬ ਲਾਇਸੈਂਸ ਕਹਿ ਲਿਓ। ਤਾਂ ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਮੰਨ ਲਓ ਵਿਵਾਦ ਹੁੰਦਾ ਹੈ ਕਿਸੇ ਵੀ ਪ੍ਰਾਈਵੇਟ ਪਲੇਅਰ ਦਾ ਕਿਸੇ ਸਰਕਾਰ ਦੇ ਨਾਲ, ਜਿਵੇਂ ਨਿੱਜੀ ਥਰਮਲਾਂ ਵਾਲਾ ਵੇਖਿਆ ਨਾ ਕਿ ਇੱਥੇ ਕਿਵੇਂ ਪੁਆੜਾ ਪੈ ਗਿਆ ਸੀਗਾ, ਤਾਂ ਉਸ ਤੋਂ ਬਾਅਦ ਉਹ ਕਿਹਦੇ ਕੋਲ ਜਾਂਦਾ ਹੈ, ਜਾਂ ਰੈਗੂਲੇਟਰੀ ਕੋਲੇ ਜਾਂ ਅਪੀਲੀ ਟ੍ਰਿਬਿਊਨਲ ਕੋਲ। ਇਹਦੇ ਵਿੱਚ ਇੱਕ ਸਟੇਟ ਦੀ ਬਾਡੀ ਜਿਹੜੀ ਆ ਉਹ ਪ੍ਰਭਾਵਹੀਨ ਬਾਡੀ ਰਹਿ ਜਾਣੀ ਆ, ਕੇਂਦਰ ਦੀ ਆਪਣੀ ਬਾਡੀ ਹੋਏਗੀ, ਉਹਦੇ ਕੋਲ ਜਾਓ ਸਿੱਧਾ, ਤੁਸੀਂ ਉਹਦੇ ਕੋਲ ਸਿੱਧਾ ਜਾਓ ਤਾਂ ਉਹਦੇ ਵਿੱਚ ਮੈਂਬਰ ਜਿਹੜੇ ਉਹਨਾਂ ਦੇ ਹੋਣਗੇ। ਸੋ ਇਸ ਤਰ੍ਹਾਂ ਕਰਕੇ ਕਾਫੀ ਖਾਮੀਆਂ ਸੀਗੀਆਂ ਜਿਨ੍ਹਾਂ ਤੇ ਚਰਚਾ ਚੱਲ ਰਹੀ ਸੀ। ਤਾਂ ਬਹਰਹਾਲ ਅੱਜ ਵਿਰੋਧ ਹੋਇਆ ਸਦਨ ਦੇ ਵਿੱਚ ਵੀ, ਕਿਸਾਨ ਆਗੂ ਧਰਨੇ ਮੁਜ਼ਾਹਰਿਆਂ ਤੇ ਉਤਰ ਆਏ। ਤਾਂ ਜਦੋਂ ਇਹਨਾਂ ਨੇ ਸਦਨ 'ਚੋਂ ਬਿੱਲ ਲਿਆਂਦਾ ਉਸੇ ਵੇਲੇ ਤ੍ਰਿਣਮੂਲ ਕਾਂਗਰਸ ਦੇ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਕਿ ਓਪੋਜੀਸ਼ਨ ਦੇ ਧੜੇ ਸੀਗੇ, ਉਹਨਾਂ ਨੇ ਬਹੁਤ ਵੱਡਾ ਇਤਰਾਜ਼ ਜਤਾਇਆ, ਵਿਰੋਧ ਜਤਾਇਆ। ਤਾਂ ਉਸ ਵਿਰੋਧ ਨੂੰ ਵੇਖਦਿਆਂ ਇਹਨਾਂ ਨੇ ਜਿਹੜੀ ਸੰਸਦ ਦੀ ਸਥਾਈ ਕਮੇਟੀ ਹੈ ਉਹਦੇ ਕੋਲ ਇਹ ਮਾਮਲਾ ਕਰ ਦਿੱਤਾ। ਹੁਣ ਜਿਹੜੀ ਗੱਲ ਰਹਿ ਗਈ ਮਕਾਉਣ ਵਾਲੀ ਕਿ ਅਸਲ ਦੇ ਵਿੱਚ ਕੀ ਹੈ, ਕਿਉਂਕਿ ਇੱਥੇ ਆ ਕੇ ਥੋੜੀ ਜਿਹੀ ਘਰਾਰੀ ਫਸ ਜਾਂਦੀ ਹੈ ਕਿ ਇਹ ਕਮੇਟੀ ਹੁਣ ਕਿਸ ਤਰ੍ਹਾਂ ਚੱਲੇਗੀ। ਇਹਦੇ ਵਿੱਚ ਦੇਖੋ ਸਮਝਣ ਵਾਲੀ ਗੱਲ ਹੈ ਕਿ ਦੋ ਤਰ੍ਹਾਂ ਦੀਆਂ ਕਮੇਟੀਆਂ ਹੁੰਦੀਆਂ ਨੇ ਇੰਡੀਅਨ, ਜੇ ਆਪਾਂ ਸਰ ਇਸ ਸਿਸਟਮ ਨੂੰ ਦੇਖਾਂਗੇ। ਜਿਵੇਂ ਲਾ ਲਓ ਕਿ ਸਟੈਂਡਿੰਗ ਕਮੇਟੀ, ਇਹ ਫਾਰਮੈਟ ਆ ਗਿਆ। ਦੂਸਰੀਆਂ ਲਾ ਲਓ ਕਿ ਅਸਥਾਈ ਕਹਿ ਲਓ ਪੰਜਾਬੀ 'ਚ ਜੇ ਕਹੀਏ ਤਾਂ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਆਰਜ਼ੀ, ਤਾਂ ਉਹ ਇੱਕ ਖਾਸ ਸਮੇਂ ਤੇ ਬਣਦੀਆਂ, ਖਾਸ ਮਕਸਦ ਲਈ ਬਣਦੀਆਂ, ਉਸ ਤੋਂ ਬਾਅਦ ਉਹਨਾਂ ਦਾ ਕੰਮ ਜਿਹੜਾ ਹੈ ਉਹ ਖਤਮ ਹੋ ਜਾਂਦਾ। ਜਿਵੇਂ ਮੰਨ ਲਓ ਕਿਸੇ ਖਾਸ ਮਕਸਦ ਵਾਸਤੇ, ਕਿਸੇ ਇਨਕੁਆਇਰੀ ਵਾਸਤੇ ਇੱਕ ਕਮੇਟੀ ਬਣਾ ਦਿੱਤੀ ਗਈ, ਬਟ ਜਦੋਂ ਉਹ ਪੂਰਾ ਹੋ ਗਿਆ ਤਾਂ ਨਾਲ ਦੀ ਨਾਲ ਹੀ ਕੀ ਹੈ ਕਿ ਉਹ ਖਤਮ ਹੋ ਗਈ। ਪਰ ਦੂਸਰੇ ਪਾਸੇ ਸਥਾਈ ਕਮੇਟੀ ਹੈ, ਉਹ ਸਥਾਈ ਕਮੇਟੀ ਰਹਿਣੀ ਆ, ਚਾਹੇ ਉਹ ਲੇਖਾ ਕਮੇਟੀ ਆ ਜਾਂ ਬਿੱਲਾਂ ਨੂੰ ਦੇਖਣ ਵਾਲੀ ਕਮੇਟੀ ਆ, ਤਾਂ ਇਸ ਕਮੇਟੀ ਨੇ ਸਟੈਂਡ ਕਰਨਾ ਹੀ ਕਰਨਾ। ਤਾਂ ਇਸ ਨੂੰ ਕਹਿੰਦੇ ਆ ਆਪਾਂ ਸਟੈਂਡਿੰਗ ਕਮੇਟੀ। ਤਾਂ ਇਹਦੇ ਵਿੱਚ ਗਾਂ ਜਿਹੜੀਆਂ ਕਮੇਟੀਆਂ 6 ਤਰ੍ਹਾਂ ਦੀਆਂ ਬਣਦੀਆਂ ਨੇ। ਜਿਵੇਂ ਮੈਂ ਇੱਕ ਲੋਕ ਲੇਖਾ ਕਮੇਟੀ ਦਾ ਜ਼ਿਕਰ ਕੀਤਾ, ਜਿਵੇਂ ਫਾਈਨੈਂਸ ਨਾਲ ਜੁੜਿਆ, ਕੋਈ ਕੈਗ ਦੀ ਰਿਪੋਰਟ ਨਾਲ ਜੁੜਿਆ ਮਸਲਾ ਹੈ, ਤਾਂ ਉਹਨਾਂ ਨੂੰ ਦੇਖਦੀ ਆ। ਤਾਂ ਉਹਦੇ ਵਿੱਚ ਗਾਂ ਕੰਪੋਜੀਸ਼ਨਸ ਅਲੱਗ-ਅਲੱਗ ਨੇ, ਕਿਤੇ 30 ਹੋ ਜਾਂਦੀਆਂ, ਕਿਤੇ 25 ਹੋ ਜਾਂਦੀਆਂ। ਰਾਜ ਸਭਾ ਤੇ ਲੋਕ ਸਭਾ ਤੋਂ ਸਾਂਝੇ ਤੌਰ ਤੇ ਲੈ ਜਾਂਦੇ ਨੇ ਸੰਸਦ ਮੈਂਬਰ। ਮਤਲਬ ਕਿ ਸਮਝ ਗਏ ਤੁਸੀਂ ਕਿ ਸਰਵ ਪਾਰਟੀ ਇੱਕ ਤਰ੍ਹਾਂ ਨਾਲ ਕੰਪੋਜੀਸ਼ਨ ਕਹਿ ਸਕਦੇ ਆਪਾਂ। ਤਾਂ ਹੁਣ ਇਹ ਮਸਲਾ ਚਲੇ ਗਿਆ ਸੰਸਦ ਦੀ ਸਥਾਈ ਕਮੇਟੀ ਦੇ ਕੋਲ। ਇਹਦੇ 'ਚ ਕੀ ਹੈ ਵਿਜੇ ਜੀ ਕਿ ਮਾਮਲਾ ਲਟਕ ਜਾਏਗਾ। ਮਾਮਲਾ ਹੀ ਇਉਂ ਲਟਕ ਜਾਣਾ ਆ ਕਿ ਅੱਗੇ ਵੀ ਅਸੀਂ ਦੇਖਿਆ ਕਿ ਪ੍ਰਾਈਵੇਟ ਡਾਟਾ ਸਿਕਿਉਰਿਟੀ ਬਿੱਲ ਆਇਆ,
ਤਾਂ ਇਹਨਾਂ ਨੇ ਘੱਟੋ ਘੱਟ 81-82 ਤਰੁੱਟੀਆਂ ਕੱਢ ਕੇ ਵਾਪਸ ਭੇਜ ਦਿੱਤਾ ਸੀਗਾ ਬਿੱਲ, ਔਰ ਭਾਰਤ ਗਵਰਨਮੈਂਟ ਨੇ ਉਹ ਬਿੱਲ ਜਿਹੜਾ ਵਾਪਸ ਲੈ ਲਿਆ ਸੀਗਾ ਕਿ ਨਹੀਂ ਅਸੀਂ ਨਵੇਂ ਸਿਰੇ ਤੋਂ ਹੀ ਲੈ ਕੇ ਆਵਾਂਗੇ, ਕਿਉਂਕਿ ਤਰੁੱਟੀਆਂ ਬਹੁਤ ਨਿਕਲ ਆਈਆਂ ਨੇ। ਤਾਂ ਇਸੇ ਤਰ੍ਹਾਂ ਜੇ ਆਪਾਂ ਇਹਨੂੰ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ, ਕਿਉਂਕਿ ਇਹ ਤਾਂ ਕਨਕਰੈਂਟ ਲਿਸਟ ਦਾ ਵਿਸ਼ਾ ਹੈ, ਇਹਦੇ ਤੇ ਜ਼ਿਆਦਾ ਹਾ ਹੱਲਾ ਮੱਚੇਗਾ, ਸੋ ਇਸ ਕਰਕੇ ਇੱਕ ਤੇ ਆ ਕਿ ਹੁਣ ਇਹਦੇ 'ਚ ਤਰੁੱਟੀਆਂ ਪਹਿਲਾਂ ਉਹਨਾਂ ਦੀ ਨਿਸ਼ਾਨਦੇਹੀ ਹੋਏਗੀ, ਫਿਰ ਵਾਪਸ ਆਏਗਾ, ਤਾਂ ਜਦ ਨੂੰ ਇਲੈਕਸ਼ਨ ਬਹੁਤ ਨੇੜੇ ਆ ਜਾਏਗਾ ਵਿਜੇ ਜੀ, ਜਿਹੜਾ ਮੇਰਾ ਮੰਨਣਾ ਹੈ ਕਿ 2024 ਵਾਲਾ ਇਲੈਕਸ਼ਨ ਹੋਏਗਾ, ਤਾਂ ਕਿਸੇ ਵੀ ਸੂਰਤ ਦੇ ਵਿੱਚ ਫਿਰ ਉਸ ਵੇਲੇ ਰਾਜਾਂ ਦੀ ਜਾਂ ਕਿਸਾਨ ਵਰਗ ਦੀ ਜਾਂ ਕਿਸੇ ਹੋਰ ਵਰਗ ਦੀ ਨਾਰਾਜ਼ਗੀ ਜਿਹੜੀ ਹੈ ਉਹ ਮੋਦੀ ਗਵਰਨਮੈਂਟ ਜਾਂ RSS ਜਿਹੜੀ ਆ ਉਹ ਸਹੇੜਨ ਦੇ ਵਿੱਚ ਕਿਤੇ ਵੀ ਉਹ ਇੰਟਰਸਟ ਨਹੀਂ ਰੱਖੇਗੀ। ਸੋ ਇਸ ਕਰਕੇ ਮਾਮਲਾ ਲਟਕ ਜਾਏਗਾ, ਪਰ ਇਹ ਤੇ ਭਾਵਨਾ ਸਾਫ਼ ਹੈ ਇਹਨਾਂ ਦੀ ਜੀ, ਇਹ ਤੇ ਸਪਸ਼ਟਤਾ ਹੈ ਇਹਨਾਂ ਦੀ ਭਾਵਨਾ ਦੇ ਵਿੱਚ ਕਿ ਸਬਸਿਡੀਆਂ ਜਿਹੜੀਆਂ ਉਹ ਹੌਲੀ ਹੌਲੀ ਖਤਮ ਕਰੋ, ਹੌਲੀ ਉਹਨਾਂ ਦੇ ਵਿੱਚੋਂ ਬਾਹਰ ਜਾਓ। ਉਹ ਜਿਵੇਂ ਕਹਿੰਦੇ ਨਾ ਧੀਰੇ ਧੀਰੇ ਪਿਆਰ ਕੋ बढ़ाना है, हद से गुजर जाना, ਇੱਕ ਗਾਣਾ ਸੀਗਾ, ਅਸੀਂ ਇਹ ਕਹਿੰਦੇ ਕਿ ਧੀਰੇ ਧੀਰੇ ਸਬਸਿਡੀ को मुकाना है, हम दो हमारे दो उनको खिलाना है। ਅਸ ਇਹ ਮਸਲਾ ਹੈ। ਮੇਨ ਗੱਲ ਇਹ ਆ, ਮੁੱਖ ਦੀ ਗੱਲ ਇਹੋ ਆ ਕਿ ਖੁਦ ਤੁਹਾਨੂੰ ਪਤਾ ਹੋਣਾ, ਤੁਹਾਨੂੰ ਯਾਦ ਹੋਣਾ ਕਿ ਮੋਦੀ ਸਾਹਿਬ ਆਪ ਕਹਿ ਚੁੱਕੇ ਸੀਗੇ ਕਿ ਸਰਕਾਰ ਦਾ ਕੰਮ ਕਾਰੋਬਾਰ ਕਰਨਾ ਨਹੀਂ ਹੈ, ਸਰਕਾਰ ਦਾ ਕੰਮ ਸਿਰਫ ਪ੍ਰਸ਼ਾਸਨ ਨੂੰ ਚਲਾਉਣਾ ਵੇਖਣਾ ਹੈ ਜੀ। ਤੇ ਇਧਰ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਆਖੀ ਹੈ ਜੀ ਵੀ ਜਨਤਾ ਨੂੰ ਮੁਫਤ ਸਹੂਲਤਾਂ ਦੇਣ ਦੇ ਖਿਲਾਫ ਦੇਸ਼ 'ਚ ਮਾਹੌਲ ਬਣਾਇਆ ਜਾ ਰਿਹਾ। ਸੋ ਇਹ ਹੁਣ ਸਾਰੀ ਦੀ ਸਾਰੀ ਗੱਲ ਹੁਣ ਕਿੱਥੋਂ ਨਿਕਲ ਕੇ ਆ ਰਹੀ ਹੈ ਜੀ? ਕਹਿ ਲਈਏ ਕਿ ਸੰਸਾਰ ਵਿਆਪੀ ਹੈ ਜੀ। ਬਰਨੀ ਸੈਂਡਰਸ ਦੀ ਤੁਸੀਂ ਉਹ ਦੇਖੀ ਹੋਣੀ ਹੈ, ਤੁਹਾਡੇ ਮੁੱਢ ਕਦੀਮ ਰਾਜਨੀਤੀ ਜੀ, ਤਾਂ ਅਮਰੀਕਾ ਦੇ ਵਿੱਚ ਉਹਨੇ ਵੀ ਬਹੁਤ ਵੱਡੇ ਐਲਾਨ ਕਰ ਦਿੱਤੇ ਸੀਗੇ, ਪੂਰੀ ਦੁਨੀਆ 'ਚ ਤਰਥੱਲੀ ਮਚੀ ਸੀਗੀ ਕਿ ਹਾਂ US ਦੇ ਵਿੱਚ ਵੀ ਇਸ ਤਰ੍ਹਾਂ ਹੋਏਗਾ। ਪਰ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ US ਦੇ ਲੋਕਾਂ ਨੇ ਥੋੜ੍ਹਾ ਜਿਹਾ ਭਾਈ ਆਪਣਾ ਵਿਵੇਕ ਇਸਤੇਮਾਲ ਕੀਤਾ। ਇੱਦਾਂ ਹੀ ਸਾਡੇ ਇੱਥੇ ਵੀ ਹੁਣ ਗੱਲਾਂ ਗਾਂ ਦੀਆਂ ਨੇ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਨੇ ਜੀ ਕਿ ਜਨਤਾ ਨੂੰ ਮੁਫਤ ਸਹੂਲਤਾਂ ਦੇਣ ਦੇ ਖਿਲਾਫ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਹੈ, ਪਰ ਸੁਪਰੀਮ ਕੋਰਟ ਖੁਦ ਇਹਦੇ ਤੇ ਸੁਣਵਾਈ ਕਰ ਰਹੀ ਹੈ ਵਿਜੇ ਜੀ। 2 ਸੁਣਵਾਈਆਂ ਹੋਈਆਂ ਨੇ, ਇੰਟਰਸਟਿੰਗ ਨੇ ਉਹ ਸੁਣਵਾਈਆਂ। ਜੇ ਤੁਹਾਡਾ ਕਿਸੇ ਦਾ ਵੀ ਵੇਲ ਨਿਕਲੇ, ਵਕਤ ਮਿਲੇ, ਉਹ ਦੋਨੇ ਰਿਕਾਰਡ ਤੇ ਪਈਆਂ ਹੋਣੀਆਂ, ਤੁਹਾਨੂੰ ਗੂਗਲ ਤੇ ਮਿਲ ਜਾਣੀਆਂ। ਤੁਸੀਂ ਉਹਦੇ ਵਿੱਚ ਵੇਖਿਓ ਕਿ ਸੁਪਰੀਮ ਕੋਰਟ ਕਿਸ ਤਰ੍ਹਾਂ ਕਹਿ ਲਓ ਕਿ ਇਸ ਸਾਰੇ ਮਾਮਲੇ ਨੂੰ ਨਾ ਸਿਰਫ ਉਧੇੜ ਰਹੀ ਹੈ, ਬਲਕਿ ਇਹਦੇ ਤੇ ਚਿੰਤਾ ਜਤਾ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਖਤਰਨਾਕ ਚਲਣ ਆਰਥਿਕ ਤੌਰ ਤੇ ਰਾਜਾਂ ਨੂੰ ਬਿਲਕੁਲ ਖੋਖਲਾ ਕਰ ਦੇਵੇਗਾ। ਔਰ ਉਹਦੇ ਵਿੱਚ ਇੱਕ ਚੀਜ਼ ਹੋਰ ਦੇਖੋ ਕਿ ਚੋਣ ਕਮਿਸ਼ਨ ਕਹਿੰਦਾ ਜੀ ਮੈਂ ਕੁਝ ਨਹੀਂ ਕਰ ਸਕਦਾ। ਉਹ ਕਹਿੰਦੇ ਕਮਾਲ ਦੀ ਗੱਲ ਆ, ਕੇਂਦਰ ਨੂੰ ਕਹਿੰਦੇ, ਉਹ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਤੁਸੀਂ ਦੋਨੇ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਤਾਂ ਸਿਬਲ ਸਾਹਿਬ ਨੂੰ ਪੁੱਛਿਆ, ਕਹਿੰਦੇ ਪੁਰਾਣੇ ਵਕੀਲ ਜੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਜੀ ਆਪਾਂ ਹੋਰ ਕੀ ਕਹਿਣਾ ਹੈ, ਇੱਥੇ ਤੇ ਵਿੱਤ ਮੰਤਰਾਲੇ ਨੂੰ ਜਾਂ ਕਹਿ ਲਓ ਕਿ ਵਿੱਤ ਕਮਿਸ਼ਨ ਨੂੰ ਲਿਓ ਵਿੱਚ ਤੇ ਬਹਿਸ ਕਰਵਾਈ ਜਾਣੀ ਚਾਹੀਦੀ ਆ, ਚੋਣ ਕਮਿਸ਼ਨ ਨੂੰ ਅੱਡ ਰੱਖ ਦਿਓ। ਕਹਿੰਦੇ ਕਿ ਜਿਹੜੇ ਲੋਕ ਆ ਮਹਿੰਗਾਈ ਤੇ ਜਿਸ ਤਰੀਕੇ ਨਾਲ ਬਹਿਸ ਕਰ ਰਹੇ ਆ ਕਿ ਇਸ ਤਰ੍ਹਾਂ ਦੀ ਬਹਿਸ ਤੁਸੀਂ ਸੋਚਦੇ ਹੋ? ਕਿਉਂਕਿ ਉਦੋਂ ਉੱਥੇ ਸ਼ੋਰਗੁਲ ਬਹੁਤ ਚੱਲ ਰਿਹਾ ਸੀਗਾ। ਉਹਨਾਂ ਨੇ ਕਿਹਾ ਕਿ ਕਿਹੜੀ ਪਾਰਟੀ ਉੱਥੇ ਬਹਿਸ ਚਾਹੇਗੀ, ਕਿਉਂਕਿ ਸਾਰੇ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਨੇ। ਤਾਂ ਇਸ ਤਰ੍ਹਾਂ ਇੱਕ ਮਤਲਬ ਕਿ ਬਹੁਤ ਸਾਰਥਕ ਬਹਿਸ ਉੱਥੇ ਹੋ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ। ਔਰ ਤੁਸੀਂ ਕਹਿ ਰਹੇ ਹੋ ਕਿ ਦੇਸ਼ ਦੇ ਵਿੱਚ ਜੀ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਮੁਫਤਖੋਰੀ ਦੇ ਖਿਲਾਫ। ਦਰਅਸਲ ਤੁਹਾਨੂੰ ਪਤਾ ਕਿ ਰਿਓੜੀਆਂ ਵੰਡਣ ਦੇ ਵਿੱਚ ਸਾਰੇ ਮਾਹਰ ਨੇ। ਇਹਨਾਂ ਨੇ ਕੀ ਕੀਤਾ ਸੀਗਾ? ਪੰਜਾਬ ਦੇ ਵਿੱਚ ਆ ਕੇ ਦੇ ਗਰੰਟੀ, ਹੁਣ ਜਾ ਕੇ ਲੈ ਗਰੰਟੀ। ਕੇਂਦਰ ਨੂੰ ਕਹੀ ਜਾਂਦੇ ਕਿ MSP ਦੀ ਗਰੰਟੀ ਦਿਓ, ਇੱਥੇ ਦੇ ਗਰੰਟੀ। ਤਾਂ ਹੁਣ ਇਹ ਜਿਸ ਤਰ੍ਹਾਂ ਦਾ ਕਹਿ ਰਹੇ ਤਰਕ ਦੇ ਰਹੇ ਆ, ਮੇਰੇ ਖਿਆਲ ਦੇ ਨਾਲ ਦੇਖੋ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਜਾਂ ਵਿਰੋਧਤਾ ਹੁੰਦੀ ਹੈ ਤਾਂ ਉਹਦੇ ਆਧਾਰ ਹੁੰਦੇ ਆ। ਤੁਸੀਂ 5 ਰਾਜ ਜਿਹੜੇ ਸਾਡੇ ਇੰਡੀਆ ਦੇ ਜਿਨ੍ਹਾਂ ਦੀ ਇਕਨੋਮੀ ਕਹਿ ਲਓ ਕਿ ਇਸ ਵੇਲੇ ਖਸਤਾ ਹਾਲ ਹੈ, ਜਿਹਦੇ 'ਚ ਪੰਜਾਬ ਟੌਪ ਤੇ ਆ, ਉਹਦੇ ਬਾਰੇ RBI ਚਿੰਤਾ ਜਤਾ ਚੁੱਕੀ ਆ। ਉਹਦੇ ਬਾਰੇ ਇਹਨਾਂ ਦੀਆਂ ਜਿਹੜੀਆਂ ਮਤਲਬ ਕਿ ਫਾਈਨੈਂਸ ਨਾਲ ਜੁੜੀਆਂ ਬਹੁਤ ਵੱਡੀਆਂ ਬਾਡੀਆਂ ਨੇ, ਉਹ ਖੁਦ ਕਹਿ ਰਹੀਆਂ ਨੇ ਪ੍ਰਧਾਨ ਮੰਤਰੀ ਨੂੰ ਕਿ ਬਚਾਓ ਬਾਈ ਇਹ ਜਿਹੜੇ 5 ਸੂਬੇ ਆ ਜਿਹਦੇ 'ਚ ਪੰਜਾਬ ਟੌਪ ਤੇ ਆ, ਕਿ ਇਹਨਾਂ ਨੂੰ ਬਚਾਉਣ ਦੀ ਜ਼ਰੂਰਤ ਆ, ਕਿਉਂਕਿ ਇਹਦੇ ਤੇ ਹੋਰ ਬੋਝ ਪੈ ਰਿਹਾ ਵਾ। ਮਸਲਨ ਇਹ ਆਏ ਸਾਹਿਬ ਦਿੱਲੀ ਤੋਂ ਕਹਿੰਦੇ ਕਿ ਆਪਾਂ 18 ਸਾਲ ਤੋਂ ਉੱਤੇ ਦੀਆਂ ਬੀਬੀਆਂ ਨੂੰ 1000 ਦੇਵਾਂਗੇ। ਕੱਲ ਹੀ ਬੈਠੇ ਸੀ ਉਹਨਾਂ ਕਿ ਛੱਡੋ ਇਹਨਾਂ ਦਾ 1002 ਦੇਵਾਂਗੇ ਅਸੀਂ। ਕਾਂਗਰਸੀ ਕਹਿੰਦੇ 2 ਸਾਡੇ ਤੋਂ ਲੈ ਲਿਓ, ਅਸੀਂ ਮਾੜੇ ਆ। ਚੰਨੀ ਸਾਹਿਬ ਉਸ ਟਾਈਮ ਸੀਗੇ ਇੱਥੇ, ਹੁਣ ਤੋਂ ਬਾਹਰ ਗਏ ਨੇ, ਕਹਿੰਦੇ ਕਿਆ ਗੱਲ ਕਰਤੀ ਯਾਰ, ਸਾਡਾ ਮਾੜਾ ਕਿ
ਤਾਂ ਬਾਈ ਸਾਰੇ ਹੀ ਲੱਗ ਪਏ। ਹੁਣ ਇਹ ਜਿਹੜਾ ਚੱਲਣ ਹੈ ਇਹ ਇੰਡੀਆ ਦੇ ਵਿੱਚ ਗੱਲਾਂ ਇਹ ਨਹੀਂ ਹੈ ਕਿ ਹੁਣ ਮੋਦੀ ਸਾਹਿਬ ਨੇ ਪਿੱਛੇ ਜੇ ਮੁੱਦਾ ਚੁੱਕਿਆ ਸੀਗਾ ਕਿ ਰਿਓੜੀਆਂ ਵਾਲਾ ਕਲਚਰ ਜਿਹੜਾ ਬੰਦ ਹੋਣਾ ਚਾਹੀਦਾ, ਪਰ ਉਹਨਾਂ ਨੇ ਤਾਂ ਖੁਦ ਰਿਓੜੀਆਂ ਦੀ ਥਾਂ ਤੇ ਉਹਨਾਂ ਤੇ ਬਾਲੂਸ਼ਾਹੀ ਹੀ ਵੰਡ ਦਿੱਤਾ ਸੀ। ਯਾਦ ਹੋਣਾ ਤੁਹਾਨੂੰ ਕਿ 15-15 ਲੱਖ ਆਏਗੇ ਤੁਹਾਡੀ ਜੇਬ ਦੇ ਵਿੱਚ ਜੀ, ਆਪਾਂ ਸਵਿਸ ਬੈਂਕ ਚੋਂ ਪੈਸੇ ਕੱਢ ਲਿਆਉਣੇ ਆ। ਬਈ ਉਹ ਲੋਕੀ ਤਾਂ ਰਿਓੜੀਆਂ ਵੰਡਦੇ ਆ, ਤੁਸੀਂ ਤੇ ਰਸਗੁੱਲਾ ਹੀ ਕੱਢ ਮਾਰਿਆ, ਬਾਲੂਸ਼ਾਹੀ ਹੀ ਕੱਢ ਮਾਰਿਆ ਮੱਥੇ 'ਚ ਕਿ ਲਓ ਬਈ ਤੁਹਾਨੂੰ ਆ ਦਿੰਦੇ ਆ ਅਸੀਂ ਸਾਰਾ ਕੁਛ। ਤਾਂ ਹੁਣ ਰਿਓੜੀ ਕਲਚਰ ਜਿਹੜਾ ਉਹ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਗੱਲਾਂ ਗਾਂਹ ਤੁਰੀਆਂ ਜਾਂਦੀਆਂ ਨੇ। ਸਾਊਥ ਦੇ ਵਿੱਚ ਵੀ ਇਹ ਕਲਚਰ ਹੈ। ਉੱਥੇ ਤੇ ਇੱਕ ਮਹਾਸ਼ੇ ਖੜਾ ਹੋਇਆ ਵਿਜੇ ਜੀ ਇਲੈਕਸ਼ਨ ਦੇ ਵਿੱਚ, ਉਹਨੇ ਤਾਂ ਕਮਾਲ ਕਰ ਦਿੱਤੀ। ਉਹਨੇ ਆਖਿਆ ਕਿ ਚੰਨ ਤੇ ਪਲਾਟ ਦੇ ਦਿਆਂਗੇ ਆਪਾਂ, ਇੱਕ ਚੰਨ ਤੇ ਪਲਾਟ ਦੇ, ਜਿਵੇਂ ਗਾਣੇ 'ਚ ਨਹੀਂ ਕਹਿੰਦਾ ਇੱਕ ਚੰਨ ਤੇ ਪਲਾਟ ਦੇ ਦਿਆਂਗੇ, ਹੈਲੀਕਾਪਟਰ ਤੁਹਾਡੇ ਘਰੇ ਖਿਲਾਰ ਦੇਣਾ ਮੈਂ ਜੀ, 1 ਕਰੋੜ ਰੁਪਈਆ ਸਾਲ ਦਾ ਡਿਪੋਜ਼ਿਟ ਕਰਾ ਦਿਆ ਕਰੂੰਗਾ ਮੈਂ। ਮਤਲਬ ਕਿ 1 ਕਰੋੜ ਰੁਪਈਆ ਉਹ ਇਉਂ ਕਹਿ ਰਿਹਾ ਹੈ ਕਿ ਜਿਵੇਂ ਕੁਝ ਢਾਲੇ ਜਿਹੜੇ ਹੁੰਦੇ ਨਾ ਬੁਗਣੀ ਦੇ ਵਿੱਚੋਂ ਕੱਢ ਕੇ ਬੱਚਿਆਂ ਦੇ ਕਿ ਤੁਹਾਡੀ ਜੇਬ 'ਚ ਪਾ ਦਿੰਦੇ ਆ ਮੈਂ ਜੀ। ਮਤਲਬ ਕਿ 1 ਕਰੋੜ ਰੁਪਈਆ ਕੋਈ ਵੱਡੀ ਰਕਮ ਥੋੜੀ ਹੈ ਉਹਦੇ ਵਾਸਤੇ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਅੱਗੇ ਚਲੇ ਗਈਆਂ। ਨਿਰਾਪੁਰਾ ਆਪਾਂ ਇਹ ਨਹੀਂ, ਹਾਂ ਠੀਕ ਹੈ ਵੈਲਫੇਅਰ ਸਟੇਟ ਹੈ, ਜਿੱਥੇ ਲਾਹਾ ਮਿਲਣਾ ਚਾਹੀਦਾ, ਅਸਲ ਲਾਭਪਾਤਰੀ ਨੂੰ ਮਿਲਣਾ ਚਾਹੀਦਾ ਲਾ। 500 ਕਿੱਲੇ ਵਾਲਾ ਵੀ ਮੋਟਰ ਦੀ ਸਬਸਿਡੀ ਲਈ ਜਾਂਦਾ ਹੈ, 5 ਕਨਾਲ ਵਾਲੇ ਨੂੰ ਕੋਲ ਕਨੈਕਸ਼ਨ ਵੀ ਨਹੀਂ ਹੈਗਾ ਵਿਜੇ ਜੀ, ਮੋਟਰ ਦਾ ਕਨੈਕਸ਼ਨ ਵੀ ਹੈ ਨਹੀਂ, ਕਿਉਂਕਿ ਉਹਦੇ ਤੇ 5 ਲੱਖ ਰੁਪਈਆ ਲੱਗਣਾ ਉਹਦੇ ਕੋਲ ਹੈ ਹੀ ਨਹੀਂ ਹੈ। ਸੋ ਇਸ ਕਰਕੇ ਇਹ ਵੀ ਹੈ ਕਿ ਵੈਲਫੇਅਰ ਜਿਹੜਾ ਉਹ ਜਾਰੀ ਰਹਿਣਾ ਚਾਹੀਦਾ, ਪਰ ਜੋ ਲੁੱਟ ਖਸੁੱਟ ਚੱਲ ਰਹੀ ਹੈ ਤੇ ਜੋ ਲਾਰੇਬਾਜ਼ੀ ਕਰਕੇ ਇੱਥੇ ਇਹ ਸਾਰਾ ਕੁਝ ਜਿਹੜਾ ਉਹ ਨੁਕਸਾਨਿਆ ਜਾ ਰਿਹਾ, ਇਹਦੇ ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਜੀ। ਠੀਕ ਹੈ, ਦੱਸਿਓ ਜੀ ਜਥੇਦਾਰ ਵੱਲੋਂ ਕਿਹੜਾ ਬਿਆਨ ਦਿੱਤਾ ਗਿਆ ਜਿਸ ਤੋਂ ਮਗਰੋਂ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਸਭ ਕੁਝ ਸਾਫ਼ ਹੋ ਗਿਆ ਵੀ ਚੱਲ ਕੀ ਰਿਹਾ? ਦੇਖੋ ਗੱਲ ਕੀ ਹੈ ਜੀ ਕਿ ਉਹ ਕਹਿੰਦੇ ਨੇ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ, ਕਈ ਮੁਸੀਬਤਾਂ ਨਾਲ ਲੈ ਕੇ ਆਉਂਦੀ ਹੈ। ਮੁਸੀਬਤਾਂ ਦੀ ਜਾਨੀ ਕਹਿ ਲਓ ਕਿ ਆ ਜਾਂਦੀ ਹੈ ਚੜ ਕੇ। ਤਾਂ ਇਹਨਾਂ ਤੇ ਹੁਣ ਜਿਹੜੀ ਹੈ ਨਾ ਅਕਾਲੀ ਦਲ ਬਾਦਲ ਤੇ ਕਹਿ ਲਓ ਕਿ ਇਸ ਵੇਲੇ ਮੁਸੀਬਤਾਂ ਦੀ ਤੇ ਹਨੇਰੀ ਝੁੱਲੀ ਪਈ ਹੈ ਜੀ। ਬਹਰਹਾਲ ਮਾਮਲਾ ਕੀ ਹੈ ਕਿ ਦੇਖੋ ਹਲਚਲ ਇੱਥੇ ਇਹੋ ਜਿਹੀ ਸੁਣਾਈ ਦੇ ਰਹੀ ਹੈ ਕਿ SGPC ਦਾ ਇਲੈਕਸ਼ਨ ਐਸੇ ਵਰੇ ਹੋ ਸਕਦਾ ਆ, ਤੇ ਜੇ ਐਸੇ ਵਰੇ ਇਲੈਕਸ਼ਨ ਹੁੰਦਾ ਤੁਸੀਂ ਆਪ ਹੀ ਸੋਚ ਲਓ ਕਿ ਅਕਾਲੀ ਦਲ ਬਾਦਲ ਕਿੰਨੀ ਕੁ ਸਟਰੋਂਗ ਸਥਿਤੀ 'ਚ ਹੈ ਕਿ ਉਹ ਆਪਣਾ ਜਿਹੜਾ ਉਹਨਾਂ ਦਾ ਇਸ ਵੇਲੇ ਕਹਿ ਲਓ ਕਿ ਸੰਚਾਲਨ ਹੈ SGPC ਦਾ ਉਹ ਦੁਬਾਰਾ ਬਚਾ ਸਕੇਗਾ। ਇਹ ਬਹੁਤ ਵੱਡਾ ਸਵਾਲ ਆ। ਸੋ ਇਸੇ ਚੀਜ਼ ਦੇ ਮੱਦੇਨਜ਼ਰ ਜੇ ਤੁਸੀਂ ਦੇਖੋਗੇ ਤਾਂ ਕੋਸ਼ਿਸ਼ਾਂ ਹੋ ਰਹੀਆਂ ਨੇ ਲੰਬੇ ਸਮੇਂ ਤੋਂ, ਆਪਾਂ ਇਹਦੇ ਤੇ ਗੱਲ ਵੀ ਕੀਤੀ ਹੈ। ਵੈਸੇ ਤਾਂ ਇਹ ਯਤਨ ਜਿਹੜੇ ਚੱਲ ਰਹੇ ਨੇ ਦਿੱਲੀ ਤੋਂ ਸਟਾਰਟ ਹੋਇਆ, ਫਿਰ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਪਿਛਲੇ ਹਫ਼ਤੇ ਦਿੱਲੀ ਵਾਲੇ ਧੜੇ ਨੇ, ਉਸ ਧੜੇ ਦੇ ਵਿੱਚ ਦਾਦੂਵਾਲ ਸਾਹਿਬ ਹੈਗੇ ਨੇ ਪ੍ਰਮੁੱਖ ਤੌਰ ਤੇ, ਉਸ ਧੜੇ ਦੇ ਵਿੱਚ ਕਾਲਕਾ ਸਾਹਿਬ ਤੇ ਹੈਗੇ ਨੇ, ਹੋਰ ਕਈ ਸਾਹਿਬ ਹੈਗੇ ਆ, ਕਹਿਣ ਦਾ ਮਤਲਬ ਆ। ਤਾਂ ਇਹ ਜਦੋਂ ਇੱਥੇ ਆ ਗਏ ਇਹਨਾਂ ਨੇ ਆ ਕੇ ਧਰਮ ਪ੍ਰਚਾਰ ਵਾਸਤੇ ਇੱਕ ਦਫ਼ਤਰ ਖੋਲ ਦਿੱਤਾ ਅੰਮ੍ਰਿਤਸਰ ਦੇ ਵਿੱਚ। ਉਹ ਵਿਜੇ ਜੀ ਐਸਾ ਮੂਵ ਸੀਗਾ ਕਿ ਮਤਲਬ ਨਾ ਤਾਂ ਹੁਣ ਇਹ ਬੋਲ ਸਕਦੇ ਸੀ ਉਹਦੇ ਖਿਲਾਫ ਖੁੱਲ੍ਹ ਕੇ ਤੇ ਨਾ ਹੀ ਉਹਨੂੰ ਪ੍ਰਵਾਨ ਕਰ ਸਕਦੇ ਸੀ। ਵਿਚਲੀ ਗੱਲ ਇਹ ਵੀ ਸਮਝਦੇ ਸੀ ਤੇ ਵਿਚਲੀ ਗੱਲ ਫਿਰ ਉਹ ਤੇ ਸਮਝ ਹੀ ਚੁੱਕੇ ਸੀ ਸਾਰੀ ਜੀ। ਤਾਂ ਇੱਥੋਂ ਫਿਰ ਗੱਲ ਜਿਹੜੀ ਆ ਉਹ ਨਿਕਲਦੀ ਆ। ਤਾਂ ਸਭ ਤੋਂ ਪਹਿਲਾਂ ਜਥੇਦਾਰ ਜੀ ਬੋਲੇ। ਜਥੇਦਾਰ ਜੀ ਨੇ ਕਿਹਾ ਕਿ ਦੇਖੋ ਅੱਗੇ ਤੇ ਬਗਾਨੇ ਜਦੋਂ ਕਰਦੇ ਹੁੰਦੇ ਸੀਗੇ ਨਾ ਤੇ ਅਸੀਂ ਦੇ ਲੈਂਦੇ ਸੀ ਸੰਘੀ ਚ ਗੂਠਾ, ਹੁਣ ਆਪਣਿਆਂ ਦਾ ਕੀ ਕਰੀਏ ਦੱਸੋ। ਤਾਂ ਇਹ ਜਦੋਂ ਇਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਅੱਗੇ ਜਾ ਕੇ ਇਹਨਾਂ ਨੇ ਇਸ ਗੱਲ ਨੂੰ ਖੋਲ੍ਹ ਦਿੱਤਾ। ਉਹ ਕਹਿੰਦੇ ਕਿ ਸਾਡੀਆਂ ਸੰਸਥਾਵਾਂ ਨੂੰ ਸਾਡੇ ਸਿੱਖ ਹੀ ਕਮਜ਼ੋਰ ਕਰ ਰਹੇ ਨੇ। ਇਹ ਬੜੀ ਇੱਕ ਰਾਜ਼ਦਾਰ ਗੱਲ ਸੀ ਤੇ ਬੜੀ ਡੂੰਘਾਈ ਵਾਲੀ ਗੱਲ ਸੀ, ਕਿਉਂਕਿ ਇਹਨੂੰ ਕਹਿ ਰਹੇ ਨੇ ਤਾਂ ਸੰਕੇਤ ਤੇ ਮਿਲ ਗਿਆ। ਕਿਉਂਕਿ ਦੇਖੋ ਡੀਕੋਡਿੰਗ ਵਾਸਤੇ ਰਾਜਨੀਤੀ 'ਚ ਟਾਈਮਿੰਗ ਬੜੀ ਜ਼ਬਰਦਸਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਾਰਮੂਲਾ ਰੱਖਦੀ ਹੈ। ਤਾਂ ਸਾਰਾ ਕੁਝ ਇੱਧਰ ਜੁੜ ਗਿਆ ਕਿ ਜੋ ਧੜਾ ਇੱਧਰ ਨੂੰ ਤੁਰਿਆ ਆਉਂਦਾ ਹੈ। ਤਾਂ ਇਸ ਸੰਦਰਭ ਦੇ ਵਿੱਚ ਹੀ ਇਹ ਬਿਆਨ ਨਿਕਲਿਆ। ਤਾਂ ਅੱਜ ਫਿਰ ਉਹ ਗੱਲ ਤਕਰੀਬਨ ਸਾਫ਼ ਹੋ ਗਈ। ਗੁਰੂ ਕਾ ਬਾਗ ਮੋਰਚਾ ਦੀ ਮੇਰੇ ਖਿਆਲ ਦੇ ਨਾਲ ਸ਼ਤਾਬਦੀ ਮਨਾਈ ਜਾ ਰਹੀ ਹੈ। ਉੱਥੇ ਗਏ ਸਨ ਸੁਖਬੀਰ ਸਿੰਘ ਜੀ ਬਾਦਲ। ਉਹਨਾਂ ਨੇ ਤਾਂ ਫਿਰ ਦਿਲ ਵਾਲਾ ਦੁੱਖ ਹੀ ਰੋ ਲਿਆ। ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ। ਉਹਨਾਂ ਨੇ ਪਰ ਸਾਰਿਆਂ ਨੂੰ ਖੋਲ ਕੇ ਸੁਣਾ ਦਿੱਤਾ। ਉਹ ਕਹਿੰਦੇ ਵੇਖੋ ਜਿਵੇਂ ਅੰਗਰੇਜ਼ ਆਏ ਜਾਂ ਫਲਾਣੇ ਆਏ, ਉਸੇ ਤਰ੍ਹਾਂ ਜਿਵੇਂ ਚੱਡਾ ਆ ਗਿਆ, ਇਹ ਇਸੇ ਤਰ੍ਹਾਂ ਹੀ ਕੁਝ ਲੋਕ ਬਾਹਰ ਆ ਰਹੇ ਆ। ਇਹ ਆਪਣੀ ਕਮੇਟੀ ਤੇ ਵੀ ਕਾਬਜ਼ ਹੋਣਾ ਚਾਹੁੰਦੇ ਆ, ਅਕਾਲੀ ਦਲ ਨੂੰ ਵੀ ਖਤਮ ਕਰਨਾ ਚਾਹੁੰਦੇ, ਬਾਹਰੋਂ ਆਏ ਲੋਕ ਨੇ। ਅੱਛਾ, ਫਿਰ ਉਹਨਾਂ ਨੇ ਇੱਕੋ ਗੱਲ ਕਹੀ, ਉਹਨਾਂ ਆਖਿਆ ਸਾਡੇ ਤੋਂ ਗਲਤੀਆਂ ਹੋਈਆਂ ਹੋਣਗੀਆਂ ਜ਼ਰੂਰ, ਘਰ 'ਚ ਹੀ ਨਿਬੇੜ ਲਵਾਂਗੇ, ਜੋ ਕਹਿਣਾ ਤੁਸੀਂ ਸਾਨੂੰ ਕਹਿ ਲਿਓ।
ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਗਾਂਹ ਦੀ ਗੱਲ ਕਹੀ ਕਿ ਗਲਤੀਆਂ ਸਾਥੋਂ ਵੀ ਹੋਈਆਂ, ਘਰ ਦਾ ਮਸਲਾ ਘਰ 'ਚ ਹੀ ਰਹਿ ਜਾਵੇ ਤਾਂ ਠੀਕ ਹੈ, ਤੁਸੀਂ ਜੋ ਮਰਜ਼ੀ ਕਹਿ ਲਓ, ਪਰ ਬਾਹਰ ਲਿਆਂ ਤੇ ਲੜ ਨਾ ਲੱਗਿਓ। ਚੱਡਾ ਸਾਹਿਬ ਦੀ ਉਹਨਾਂ ਨੇ ਮਿਸਾਲ ਵਿੱਚ ਮੂੰਹ ਹੀ ਦੇ ਦਿੱਤੀ ਕਿ ਭਾਈ ਆ ਦੇਖ ਲਿਆ ਨਾ ਤੁਸੀਂ ਕੀ ਚੱਲਣ ਡਿਆ ਤੇ ਆਹੀ ਕੁਝ ਹੋ ਰਿਹਾ। ਉਹਨਾਂ ਨੇ ਹੋਰ ਵੀ ਖਰੀਆਂ ਤਤੀਆਂ ਗੱਲਾਂ ਜਿਹੜੀਆਂ ਇਦਾਂ ਦੀਆਂ ਕਹੀਆਂ ਨੇ। ਇਹ ਜਿੱਥੋਂ ਸਾਫ਼ ਹੋ ਗਿਆ। ਔਰ ਸਭ ਤੋਂ ਵੱਡਾ ਬਿਆਨ ਫਿਰ ਅੱਜ ਦੀ ਤਰੀਕ ਦੇ ਵਿੱਚ ਆਇਆ ਧਾਮੀ ਸਾਹਿਬ ਦਾ। ਉਹਨਾਂ ਨੇ ਤਾਂ ਸਾਫ਼ ਹੀ ਕਰ ਦਿੱਤਾ ਕਿ RSS ਜੀ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। ਤਾਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਲਓ ਤੁਸੀਂ ਆਪਸ ਦੇ ਵਿੱਚ ਕਿ ਉਹ ਬਿਆਨ ਕਿੱਥੋਂ ਨਿਕਲਿਆ ਕਿ ਕਿਤੇ ਨਾ ਕਿਤੇ SGPC ਇਲੈਕਸ਼ਨ ਦੀ ਜਿਹੜੀ ਆਹਟ ਆ ਉਹਦੇ ਨਾਲ ਖਲਬਲੀ ਮੱਚੀ ਪਈ ਹੈ। ਖਲਬਲੀ ਕਿਤੇ ਨਾ ਕਿਤੇ ਹੈ। ਹਾਲਾਂਕਿ ਚਲੋ ਗਲਤੀ ਕਹਿਦੀ ਨਹੀਂ ਕਿ ਹੁਣ ਸੰਗਤ ਕਿਹਨੂੰ ਚਾਬੀ ਦਿੰਦੀ ਹੈ ਜਾਂ ਨਹੀਂ, ਉਹ ਵੱਖਰੇ ਸਵਾਲ ਨੇ। SGPC ਦੀ ਚਾਬੀ ਕਿਹਦੇ ਕੋਲ ਜਾਏਗੀ? ਪਰ ਜਿਸ ਤਰ੍ਹਾਂ ਉਹ ਆਏ ਨੇ ਕਾਲਕਾ ਸਾਹਿਬ ਹੋਰੀ, ਜਿਸ ਤਰ੍ਹਾਂ ਹੋਰ ਆਏ ਨੇ ਪੰਥਕ ਲੀਡਰ, ਤਾਂ ਕਿਤੇ ਨਾ ਕਿਤੇ ਇੱਥੇ ਸਿੱਧੀ ਟੱਕਰ ਖੁੱਲ ਗਈ ਆ ਜੀ। ਮਤਲਬ ਕਿ ਇੱਕ ਪਾਸੇ ਅਕਾਲੀ ਦਲ ਬਾਦਲ ਆ, ਉਹ ਆਪਣੇ ਪੱਧਰ ਤੇ ਹੁਣ ਉਹਨਾਂ ਨੂੰ ਦੱਸ ਰਿਹਾ ਕਿ ਬਾਹਰੀ ਲੋਕ ਆ। ਪਰ ਕਮਾਲ ਦੀ ਗੱਲ ਹੈ ਕਿ ਕਾਲਕਾ ਸਾਹਿਬ ਤੇ ਇਹਨਾਂ ਦੇ ਧੜੇ ਚੋਂ ਹੀ ਅੱਡ ਹੋਏ ਨੇ। ਇਹਨਾਂ ਦੇ ਧੜੇ ਚੋਂ ਹੀ ਅੱਡ ਹੋਇਆ ਤੇ ਅੱਜ ਇਹ ਕਹਿ ਰਹੇ ਨੇ ਕਿ ਵੇਖੋ ਜੀ ਇਹ ਸਰਕਾਰਾਂ ਤੋਂ ਡਰਦੇ, ਏਜੰਸੀਆਂ ਤੋਂ ਡਰਦੇ, ਏਦਾਂ ਤੇ ਤੁਸੀਂ ਤੇ ਦੇਖੋ ਇੰਨੀ ਕਨਫਿਊਜ਼ ਰਾਜਨੀਤੀ ਕਰ ਰਹੇ ਹੋ ਕਿ ਜਿਨ੍ਹਾਂ ਦਾ ਵੱਲ ਪਾ ਕੇ ਨਾਮ ਤੁਸੀਂ ਲੁਕਾ ਰਹੇ ਹੋ, ਸਿੱਧਾ ਨਹੀਂ ਲੈ ਰਹੇ ਨਾਮ। ਸੁਖਬੀਰ ਸਿੰਘ ਬਾਦਲ RSS ਦਾ ਜਾਂ ਮਤਲਬ ਕਿ ਕੇਂਦਰੀ ਸਰਕਾਰ ਦਾ ਨਾਮ ਨਹੀਂ ਲੈ ਰਹੇ, ਅਜੇ ਵੀ ਗੁਰੇਜ਼ ਕਰ ਰਹੇ ਆ। ਮਤਲਬ ਕਿ ਗੁੜ ਖਾਣਾ ਗੁਲਗੁਲਿਆਂ ਤੋਂ ਪਰਹੇਜ਼ ਹੈ ਜੀ। ਤਾਂ ਉਦਾਂ ਹੀ ਮਤਲਬ ਕਿ ਤੁਹਾਡੀ ਕਨਫਿਊਜ਼ ਰਾਜਨੀਤੀ ਤੇ ਤੁਹਾਡੇ ਕੈਡਰ ਨੂੰ ਕਨਫਿਊਜ਼ ਕਰਦੀ ਹੈ ਕਿ ਇੱਕ ਪਾਸੇ ਤੁਸੀਂ ਆਹ ਕੁਛ ਕਹਿ ਰਹੇ ਹੋ ਤੇ ਦੂਜੇ ਪਾਸੇ ਰਾਸ਼ਟਰਪਤੀ ਇਲੈਕਸ਼ਨ ਦੇ ਵਿੱਚ ਕਹਿੰਦੇ ਹੋ ਕਿ ਨਹੀਂ ਜੀ ਸਪੋਰਟ ਆਪਾਂ ਇਹਨਾਂ ਨੂੰ ਕਰਨੀ, ਚਾਹੇ ਕੁਝ ਵੀ ਹੋ ਜਾਵੇ ਜੀ। ਮਿੰਟੂ ਜੀ ਇਹ ਦੱਸਿਓ, ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਨਿੱਜੀ ਖਰਚੇ ਤੋਂ ਹਸਪਤਾਲ ਨੂੰ 200 ਗੱਦੇ ਭੇਜੇ ਨੇ ਜੀ। ਇਹ ਗੱਦਿਆਂ ਵਾਲਾ ਮਾਮਲਾ ਬੜਾ ਭਖਿਆ ਹੋਇਆ ਪਿਛਲੇ ਕੁਝ ਸਮੇਂ ਤੋਂ। ਨਹੀਂ, ਉਹਨਾਂ ਨੇ ਸ਼ਾਇਦ ਇਸ ਕਰਕੇ ਭੇਜੇ ਹੋਣੇ ਕਿ ਅਗਲੀ ਵਾਰ ਜਦੋਂ VC ਲੇਟੇਗਾ ਤਾਂ ਉਹਨੂੰ ਲੇਟਣ 'ਚ ਕੋਈ ਪ੍ਰੋਬਲਮ ਨਾ ਆਵੇ, ਆਰਾਮ ਨਾਲ ਹੀ ਉੱਡ ਡਿੱਗ ਜਾਵੇ ਤੇ ਮਤਲਬ ਕਿ ਜਦੋਂ ਉਹ ਪੋਲ ਵਾਟ ਨਹੀਂ ਕਰਦੇ ਹੁੰਦੇ ਤਾਂ ਜੰਪ ਲੈ ਕੇ ਫਿਰ ਵਾਪਸ ਹੋਏ, ਕਿੰਨਾ ਹੀ ਉੱਪਰ ਜਾਂਦੇ ਆ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ 200 ਗੱਦੇ ਘੱਲ ਦਿੱਤੇ ਔਰ ਘੱਲੇ ਵੀ ਉਸੇ ਹਸਪਤਾਲ ਦੇ ਵਿੱਚ ਜਿੱਥੋਂ ਗੱਦਿਆਂ ਦਾ ਵਿਵਾਦ ਸਟਾਰਟ ਹੋਇਆ ਸੀਗਾ। ਤਾਂ ਇਹ ਹੁਣ ਫਰੀਦਕੋਟ ਦੇ ਵਿੱਚ ਗੱਦੇ ਗਏ ਨੇ, ਇਹਨਾਂ ਨੇ ਆਪਣੇ ਨਿੱਜੀ ਖਰਚੇ ਤੇ ਘੱਲਿਆ ਵਾ ਤੇ ਦੱਸਦੇ ਆ ਕਿ ਹੋਰ ਗੱਦੇ ਵੀ ਆਉਣਗੇ। 200 ਗੱਦੇ ਇਹਨਾਂ ਨੇ ਟੋਟਲ ਆਖਿਆ ਤੇ 80 ਗੱਦੇ ਜਿਹੜੇ ਅੱਜ ਪਹੁੰਚ ਗਏ ਆ। ਵੈਸੇ ਹੁਣ ਕਹਿਣ ਡਏ ਆ ਹਸਪਤਾਲ ਵਾਲੇ, ਕਹਿੰਦੇ ਆ ਜੀ ਕਿ 1100 ਬੈੱਡਾਂ ਤੇ ਨਵੇਂ ਗੱਦੇ ਦਿਸਣਗੇ, ਮਤਲਬ ਕਿ ਪੂਰੇ ਨਵੇਂ ਨਕੋਰ ਲਾ ਦੇਵਾਂਗੇ। ਤਾਂ ਖੈਰ ਮੇਰੇ ਖਿਆਲ ਦੇ ਨਾਲ ਹੁਣ ਮਸਲਾ ਸੂਤ ਆ ਜਾਊਗਾ। ਥੋੜਾ ਇਹਨਾਂ ਨੇ ਵੀ ਦਾਨ ਕਰ ਦਿੱਤਾ, ਥੋੜਾ ਹੁਣ ਹੋ ਸਕਦਾ ਕਿ ਦੂਜੇ ਪਾਸਿਓਂ ਵੀ ਕੋਈ ਮਾੜਾ ਮੋਟਾ ਹੋ ਜਾਵੇ ਕਿ ਚਲੋ ਕੋਈ ਗੱਲ ਨਹੀਂ ਹੈ, ਹੋ ਜਾਂਦਾ ਹੈ ਤਾਂ। ਕਿਉਂਕਿ ਪਿਛਲੇ ਦਿਨੀ ਜੌੜਾ ਮਾਜਰਾ ਜੀ ਜਿਹੜੇ ਆ ਉਹ ਬਾਹਰ ਨਿਕਲੇ ਸੀਗੇ, ਵੈਸੇ ਤਾਂ ਇਕਾਂਤ ਵਾਸਤੇ ਚਲੇ ਗਏ ਸਨ। ਜਿਵੇਂ ਇੱਕ ਕੁਆਰੰਟੀਨ ਹੁੰਦਾ ਨਾ ਕਰੋਨਾ ਵਾਲਾ, ਇੱਕ ਸਿਆਸੀ ਕੁਆਰੰਟੀਨ ਵੀ ਹੁੰਦਾ ਕਈ ਵਾਰ, ਇਹ ਸਿਆਸੀ ਕੁਆਰੰਟੀਨ 'ਚ ਚਲੇ ਗਏ ਸੀਗੇ। ਤਾਂ ਉਸ ਤੋਂ ਬਾਅਦ ਫਿਰ ਬਾਹਰ ਆ ਗਏ। ਜਦੋਂ ਬਾਹਰ ਆਏ ਤਾਂ ਮੁਲਾਕਾਤ ਵੀ ਹੋਈ। ਵੈਸੇ ਤੁਸੀਂ ਮੀਡੀਆ ਰਿਪੋਰਟਿੰਗ ਵੀ ਦੇਖੀ ਹੋਣੀ ਹੈ ਜਿਹਦੇ 'ਚ ਕਿਹਾ ਗਿਆ ਕਿ ਪਹਿਲਾਂ ਮਾਨ ਸਾਹਿਬ ਖਫਾ ਸੀ ਪਰ ਬਾਅਦ ਦੇ ਵਿੱਚ ਕਹਿੰਦੇ ਕਿ ਮੁਲਾਕਾਤ ਹੋ ਗਈ ਆ। ਤਾਂ ਹੁਣ ਲੱਗਦਾ ਕਿ ਹੋ ਸਕਦਾ ਕਿ ਕੁਛ ਨਾ ਕੁਛ ਥੋੜਾ ਜਿਹਾ ਦੋਨਾਂ ਹੀ ਧਿਰਾਂ ਦੇ ਵਿੱਚ ਮਾੜਾ ਮੋਟਾ ਨਰਮਈ ਵਾਲਾ ਗੋਸ਼ਾ ਆ ਗਿਆ ਹੋਵੇ, ਲੱਗਦਾ ਹੋਵੇ ਕਿ ਹਾਂ ਬਈ ਯਾਰ ਹੁਣ ਜਿਹੜਾ ਕੁਛ ਹੈ ਇਹਨੂੰ ਨਵੇੜੀਏ। ਕਿਉਂਕਿ ਦੇਖੋ ਆਮ ਆਦਮੀ ਪਾਰਟੀ ਇਸ ਮਸਲੇ ਤੇ ਬੜੀ ਕਸੂਤੀ ਫਸੀ ਸੀਗੀ ਡੇ 1 ਤੋਂ ਹੀ। ਜੇ ਤੁਸੀਂ ਦੇਖੋਗੇ ਤਾਂ ਰਾਜ ਬਹਾਦਰ ਜਿਹੜੇ VC ਸੀਗੇ ਉਹਨੇ ਹਿਮਾਚਲ ਦੇ ਵਿੱਚ ਤੇ ਇਲੈਕਸ਼ਨ ਲੜ ਰਹੇ ਨੇ ਉੱਥੇ ਜਾ ਕੇ ਜੀ। ਤਾਂ ਉੱਥੇ ਕਿਤੇ ਨਾ ਕਿਤੇ ਮਾਮਲਾ ਜਿਹੜਾ ਉਹ ਜੇ ਭਖ ਜਾਂਦਾ ਤੇ ਇਹਨਾਂ ਵਾਸਤੇ ਕਸੂਤਾ ਕੰਮ ਸੀਗਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜੇ ਪੰਜਾਬ ਦੇ ਵਿੱਚ ਆਪਣੇ ਮੰਤਰੀ ਦੇ ਨਾਲ ਵੀ ਕੁਛ ਐਸਾ ਵੈਸਾ ਕਰ ਦਿੰਦੇ ਤਾਂ ਇੱਥੇ ਤੇ ਪਹਿਲਾਂ ਹੀ ਬਹੁਤ ਲੋਕ ਜਿਹੜੇ ਆ ਉਹ ਪਿੱਛੇ ਪਏ ਹੁੰਦੇ ਆਮ ਆਦਮੀ ਪਾਰਟੀ ਦੇ। ਸੋ ਇਸ ਕਰਕੇ ਕਾਫੀ ਸਥਿਤੀ ਇਹਨਾਂ ਵਾਸਤੇ ਗੁੰਝਲਦਾਰ ਸੀਗੀ। ਤਾਂ ਲੱਗਦਾ ਇਹ ਹੋ ਕਿ ਜਿਹੜੇ ਹੁਣ ਗੱਦੇ ਆਏ ਆ, ਲੱਗਦਾ ਇਹ ਕਿ ਕਿਤੇ ਨਾ ਕਿਤੇ ਗੱਦਿਆਂ ਤੇ ਬਹਿ ਕੇ ਸ਼ਾਇਦ ਹੋ ਸਕਦਾ ਸੁਲ੍ਹਾ ਸਫਾਈ ਹੋ ਜਾਵੇ ਜੀ। ਤੇ ਦੱਸਿਓ ਮਿੰਟੂ ਜੀ, ਪੁਲਿਸ ਵੱਲੋਂ ਐਲਾਨ ਕੀਤਾ ਗਿਆ ਵੀ ਜੇ ਕਿਸੇ ਕੋਲ ਥੋੜਾ ਨਸ਼ਾ ਫੜਿਆ ਗਿਆ ਘੱਟ ਕੁਆਂਟੀਟੀ ਦੇ ਵਿੱਚ ਤਾਂ ਉਹਨਾਂ ਨੂੰ ਰਿਆਇਤ ਕੀਤੀ ਜਾਏਗੀ, ਪਰ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ। ਕੀ ਵੇਰਵਾ ਜੀ? ਹਾਂਜੀ ਦੇਖੋ, ਇਹਨਾਂ ਨੇ NDPS ਐਕਟ ਦੇ ਤਹਿਤ ਜਿਹੜੀ ਇਹ ਰਿਕਵਰੀ ਹੁੰਦੀ ਹੈ ਉਹਦੇ ਵਿੱਚ ਇੱਕ ਰਾਹਤ ਦਿੱਤੀ ਆ, ਖਾਸ ਤੌਰ ਤੇ ਜਿਹੜੇ ਐਡਿਕਟਡ ਲੋਕ ਨੇ, ਜਿਹੜੇ ਆਦੀ ਲੋਕ ਨੇ। ਤਾਂ ਉਹਨਾਂ ਨੂੰ ਕਿਹਾ ਗਿਆ ਕਿ ਜੇ ਮੰਨ ਲਓ ਕੁਝ ਕੁ ਮਾਤਰਾ ਦੇ ਵਿੱਚ ਉਹਦੇ ਤੋਂ ਫੜਿਆ ਜਾਂਦਾ ਸਮਾਨ ਤੇ ਉਹ ਕਹਿੰਦਾ ਕਿ ਮੈਂ ਹਾਂ ਯਾਰ ਛੱਡਣਾ ਚਾਹੁੰਦਾ, ਤਾਂ ਸ਼ਰਤ ਇਹੀ ਹੋਏਗੀ ਕਿ ਉਹਨੂੰ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਜਾਣਾ ਪਏਗਾ, ਨਸ਼ਾ ਛੱਡਣਾ ਪਏਗਾ, ਫਿਰ ਕਾਨੂੰਨ ਦੇ ਵਿੱਚ ਉਹਨੂੰ ਮਾਫੀ ਮਿਲ ਸਕਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਕੁਛ ਨੂੰ ਗਲਤ ਫਹਿਮੀ ਇਹ ਆ ਕਿ ਅਸੀਂ ਜੇ ਕਬੂਲ ਕਰ ਲਵਾਂ
ਤਾਂ ਫਿਰ ਉਹਨਾਂ ਨੂੰ ਸਜ਼ਾ ਹੋ ਜਾਏਗੀ। ਪਰ ਐਸਾ ਨਹੀਂ ਹੈ, ਮਤਲਬ ਕਿ ਕਾਨੂੰਨ ਇਜਾਜ਼ਤ ਦਿੰਦਾ ਹੈ ਇਸ ਗੱਲ ਦੀ ਕਿ ਜੇ ਮੰਨ ਲਓ ਕਿਸੇ ਤੋਂ ਥੋੜੀ ਮਾਤਰਾ 'ਚ ਕੋਈ ਨਸ਼ਾ ਫੜਿਆ ਜਾਂਦਾ, ਥੋੜੀ ਮਿਕਦਾਰ ਦੇ ਵਿੱਚ, ਤਾਂ ਕਈ ਵਾਰ ਅਗਲਾ ਕਹਿੰਦਾ ਕਿ ਮੈਂ ਜਾ ਕੇ ਕੇਸ ਹੀ ਲੜ ਦਿੰਦਾ। ਵੈਸੇ ਤੁਸੀਂ ਦੇਖਿਆ ਹੋਣਾ ਕਿ ਇੰਡੀਅਨ ਅਦਾਲਤਾਂ ਦੇ ਵਿੱਚ, ਜੁਡੀਸ਼ਰੀ ਸਿਸਟਮ ਦੇ ਵਿੱਚ ਵਿਜੇ ਜੀ, ਇੱਧਰ ਕਨਫੈਸ਼ਨ ਬਹੁਤ ਘੱਟ ਹੁੰਦਾ ਹੈ। ਥਾਣਿਆਂ 'ਚ ਤੇ ਡੰਡੇ ਨਾਲ ਕਰਾ ਲੈਂਦੇ ਨੇ, ਕੋਰਟ ਦੇ ਵਿੱਚ ਜਾ ਕੇ ਹਰੇਕ ਬੰਦਾ ਤਕਰੀਬਨ ਆਪਣਾ ਕੇਸ ਝਗੜਦਾ ਕਿ ਨਹੀਂ 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 ਜੀ, ਮੈਂ ਉੱਥੇ ਜਿਹੜਾ ਬਿਆਨ ਦਿੱਤਾ ਦਬਾਅ ਹੇਠ ਦਿੱਤਾ ਹੈ। ਉੱਥੇ ਇਹੀ ਹੁੰਦਾ ਕਿ ਸਜ਼ਾ ਘੱਟ ਨਹੀਂ ਹੋਣੀ, ਸਜ਼ਾ ਠੋਕ ਕੇ ਹੋ ਜਾਊਗੀ। ਜੇ ਮੈਂ ਇਕਬਾਲੀਆ ਬਿਆਨ ਦਿੱਤਾ, ਸਜ਼ਾ ਵੱਧ ਤੋਂ ਵੱਧ ਵੀ ਹੋ ਸਕਦੀ ਹੈ। ਸੋ ਇਸ ਕਰਕੇ ਇੱਕ ਡਰ ਰਹਿੰਦਾ ਹੈ। ਤੇ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਅਸੀਂ ਬਿਲਕੁਲ ਇਸ ਗੱਲ ਦੀ ਗਰੰਟੀ ਲਵਾਂਗੇ ਕਿ ਸਜ਼ਾ ਨਹੀਂ ਹੋਏਗੀ ਜੇ ਤੁਸੀਂ ਆਪ ਹੀ ਇਕਬਾਲ ਕਰਦੇ ਹੋ ਕਿ ਹਾਂ ਮੈਂ ਖਾ ਰਿਹਾ। ਕਿਉਂਕਿ ਹੁਣ ਦੇਖੋ, ਇਹ ਤਾਂ ਹੈ ਨਹੀਂ ਕਿ ਪੁਲਿਸ ਨੇ ਫੜਿਆ ਤੇ ਕਿਹਾ ਕਿ ਚੱਲ ਪੁੱਤਰ ਕੋਈ ਗੱਲ ਨਹੀਂ, ਤੈਨੂੰ ਬਾਹਰ ਦੀ ਬਾਹਰ ਤੇਰੇ ਘਰੇ ਵੀ ਨਹੀਂ ਦੱਸਦੇ ਤੇ ਜੱਜ ਸਾਹਿਬ ਨੂੰ ਵੀ ਨਹੀਂ ਦੱਸਦੇ, ਤੂੰ ਜਾ ਉੱਥੇ 4 ਦਿਨ ਨਜ਼ਾਰੇ ਲੈ ਜੀ। ऐसा नहीं होएगा ना कि लिखा पत्री सारी होएगी। लिखा पढ़ी होने तो बाद फिर की है कि कानूनन तौर पर मेरे ख्याल दे नाल ये NDPS एक्ट दे विच एक धारा हुंदी है 64A, शायद ਉਹਨੂੰ इस्तेमाल करनगे। ਤਾਂ ਉਸ ਤੋਂ ਬਾਅਦ ਫਿਰ ਜੋ ਇਹਨਾਂ ਦੇ ਕੋਲ ਤਾਕਤਾਂ ਨੇ, ਜੋ ਇਹਨਾਂ ਦੇ ਕੋਲ ਸ਼ਕਤੀਆਂ ਨੇ, ਉਹਦੀ ਇਸਤੇਮਾਲ ਕਰਕੇ ਫਿਰ ਹੌਲੀ 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 ਉਹਨੂੰ ਬੰਦੇ ਨੂੰ ਛੁਡਾ ਦੇਣਗੇ। ਪਰ ਵੈਸੇ ਦੇਖੋ, ਇਹ ਕਦਮ ਤਾਂ ਚੁੱਕਣੇ ਜਿਹੜੇ ਉਹ ਪੈਣਗੇ। ਇਸ ਤਰ੍ਹਾਂ ਦੇ ਕਦਮ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ 1-2 ਗ੍ਰਾਮ ਵਾਲੇ ਨੂੰ ਵੀ ਚੁੱਕ ਕੇ 5-7 ਗ੍ਰਾਮ ਆਪਣੇ ਕੋਲੋਂ ਪਾ ਦਿੰਦੇ, ਹੁਣ ਤਾਂ ਕਈ ਵਾਰ ਕਿਲੋ ਵੀ ਪੈ ਜਾਂਦੇ ਆ, ਤਾਂ ਤੁਸੀਂ ਅੰਦਰ ਸਿੱਟ ਦਿੱਤਾ, ਅਗਲਾ ਸਾਰੀ ਜ਼ਿੰਦਗੀ ਵਾਸਤੇ ਇਹੀ ਸੋਚਦਾ ਕਿ ਹੁਣ ਮੇਰਾ ਕੁਝ ਨਹੀਂ ਹੋ ਸਕਦਾ। ਤੇ ਜੇ ਸਗੋਂ ਪੁਲਿਸ ਕਹੇ ਕਿ ਹਾਂ ਤੈਨੂੰ ਇੱਕ ਮੌਕਾ ਦਿੰਦੇ ਆ, ਤਾਂ ਕਿਤੇ ਨਾ ਕਿਤੇ ਜਿਹੜਾ ਉਹਦੇ ਅੰਦਰ ਥੋੜਾ ਬਹੁਤਾ ਚੱਲਦਾ ਹੁੰਦਾ ਹੈ। ਵੈਸੇ ਜੇ ਤੁਸੀਂ ਦੇਖੋਗੇ ਨਾ, ਆਦਤਾਂ 2 ਤਰ੍ਹਾਂ ਦੀਆਂ ਹੁੰਦੀਆਂ। ਆਦਤਾਂ ਤੇ ਵੈਸੇ ਬਹੁਤ ਲਿਟਰੇਚਰ ਹੈ ਪਰ ਆਪਣੇ ਇੰਡੀਆ 'ਚ ਬਹੁਤ ਘੱਟ ਆ। ਤਾਂ ਆਦਤਾਂ ਬਾਰੇ ਇਹ ਹੈ ਕਿ ਕੁਝ ਠੋਸ ਆਦਤਾਂ ਹੁੰਦੀਆਂ ਨੇ, ਕੁਝ ਹੁੰਦੀਆਂ ਨੇ ਬਿਲਕੁਲ ਸਾਨੂੰ ਲੱਗਦਾ ਕਿ ਹਾਂ ਯਾਰ ਆਹ ਪਾਉਣੀ ਚਾਹੀਦੀ ਆਦਤ, ਉਹ ਕੱਚੀਆਂ ਆਦਤਾਂ ਹੁੰਦੀਆਂ ਨੇ। ਤਾਂ ਜਿਹੜੀ ਇਸ ਤਰ੍ਹਾਂ ਦੇ ਠੋਸ ਆਦਤਾਂ ਵਾਲੇ ਆ, ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਛੇਤੀ ਕੀਤਿਆਂ ਠੋਸ ਰੂਪ ਧਾਰਨ ਨਹੀਂ ਕਰ ਸਕਦੀਆਂ, ਉਹ ਕੱਚੀਆਂ ਆਦਤਾਂ ਹੀ ਰਹਿ ਜਾਂਦੀਆਂ। ਪਾ ਲਿਆ, 1-2 ਦਿਨ ਛੱਡਣਾ ਆਗਾ, ਫਿਰ ਤੀਜੇ ਦਿਨ ਲੱਗ ਗਿਆ। ਤਾਂ ਉਹਨਾਂ ਵਾਸਤੇ ਜੇ 10-15 ਦਿਨ, ਇਸ ਤਰ੍ਹਾਂ 20 ਦਿਨ ਲਾਏ ਜਾਣ, ਇੱਕ ਮੌਕਾ ਉਹਨਾਂ ਦੇ ਕੋਲ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਇਹ ਆਦਤ ਬਣ ਸਕਦੀ ਹੈ। ਉਹਨਾਂ ਨੂੰ ਇਹ ਭਰੋਸਾ ਹੋ ਸਕਦਾ ਕਿ ਯਾਰ ਹਾਂ, ਸਾਰੇ ਤਾਂ ਨਹੀਂ, ਕੁਝ ਬੰਦੇ ਜਿਹੜੇ ਉਹ ਬਾਹਰ ਆ ਸਕਦੇ ਕਿ ਹਾਂ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਇਹ ਨਵੀਂ ਜ਼ਿੰਦਗੀ ਨਵੇਂ ਸਫ਼ਰ ਦੇ ਨਾਲ ਸਟਾਰਟ ਕਰੀਏ। ਸੋ ਕਦਮ ਚੁੱਕਿਆ ਇਹਨਾਂ ਨੇ, ਉਸ ਕਦਮ ਦੇ ਨਤੀਜੇ ਕੀ ਹੋਣਗੇ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜਾਪਾਨੀ ਕੰਪਨੀ ਕਿਤੇ ਵੀ ਕੰਮ ਕਰਦੀ ਹੈ ਤਾਂ ਆਪਣਾ ਕਲਚਰ ਨਾਲ ਲੈ ਕੇ ਜਾਂਦੇ ਨੇ, ਉਹ ਆਪਣੀਆਂ ਆਦਤਾਂ ਨਾਲ ਲੈ ਕੇ ਜਾਂਦੇ। ਗੱਲ ਸਾਰੀ ਆਦਤਾਂ ਦੀ ਆ ਜਾਂਦੀ, ਆਦਤਾਂ ਹੀ ਬਹੁਤ ਹੱਦ ਤੱਕ ਤੁਹਾਡਾ ਫਿਊਚਰ ਤੈਅ ਕਰਦੀਆਂ ਨੇ। ਖੈਰ, ਇਹ ਮਾਮਲਾ ਹੈ ਰਾਜਸਥਾਨ ਦਾ, ਜਿੱਥੇ ਹੁੰਦਾ ਕੀ ਹੈ ਕਿ ਇੱਕ ਕੰਪਨੀ ਦੇ ਵਿੱਚ ਜਿੱਥੇ 300-400 ਵਰਕਰ ਆ, ਉਹ ਜਦੋਂ ਲੰਚ ਟਾਈਮ ਹੁੰਦਾ ਦੁਪਹਿਰ ਦੇ ਮਤਲਬ ਕਿ 2-3 ਦੇ ਦਰਮਿਆਨ, ਉਸ ਵੇਲੇ 10 ਮਿੰਟ ਵਾਸਤੇ ਮਿਊਜ਼ਿਕ ਸਟਾਰਟ ਕਰਦੇ ਆ। ਤਾਂ ਇਹ ਨਹੀਂ ਹੈ ਕਿ ਉੱਥੇ ਉਹ ਡਾਂਸ ਸ਼ੁਰੂ ਕਰ ਦਿੰਦੇ ਮਾਈਕਲ ਜੈਕਸਨ ਵਾਂਗੂ ਜਾਂ ਪ੍ਰਭੂ ਦੇਵਾ ਵਾਂਗੂ, ਨਹੀਂ, ਉਹ ਉਸ ਮਿਊਜ਼ਿਕ ਦੇ ਨਾਲ ਨਾਲ ਸਫਾਈ ਸਟਾਰਟ ਕਰਦੇ ਆ। ਚਾਹੇ ਫਿਰ ਉਹ ਕੋਈ ਵੱਡਾ ਕਰਮਚਾਰੀ ਹੋਵੇ, ਚਾਹੇ ਕੋਈ ਛੋਟਾ ਹੋਵੇ, MD ਹੋਵੇ, ਜਾਂ ਜਿੱਦਾਂ ਜਿੱਦਾਂ ਵੀ ਕੋਈ ਆਉਂਦਾ ਹੈ ਜੀ, ਉਹ ਸਾਰੇ ਹੀ ਵਰਕਰ ਤਾਂ ਸਾਰੇ ਉਹ ਆਪਣੀ ਉਸ ਜਿਹੜੀ ਸ਼ਿਫਟ ਦੀ ਕਹਿ ਲਓ ਕਿ ਜੋ ਕੁਝ ਫੁਰਸਤ ਹੁੰਦੀ ਹੈ ਉਹਨੂੰ ਇੱਧਰ ਲੇਖੇ ਲਾ ਦਿੰਦੇ ਆ। ਤਾਂ ਸਫਾਈ ਕਰਦੇ ਸਾਰੇ ਰਲ ਕੇ, ਨਾਲ ਮਿਊਜ਼ਿਕ ਚੱਲਦਾ ਹੈ। ਤਾਂ ਇਹੋ ਜਿਹੀਆਂ ਕੁਝ ਹੋਰ ਵੀ ਉਹਨਾਂ ਨੇ ਆਦਤਾਂ ਲੈ ਕੇ ਆਉਂਦੀਆਂ ਨੇ, ਜਿੱਦਾਂ ਖਾਣਾ ਇੱਕ ਸਾਥ ਖਾਣਾ ਹੈ, ਇਕੱਠੇ ਬੈਠ ਕੇ, ਫਿਰ ਕੈਬਨ ਵੀ ਇੱਕੋ ਜਿਹੇ ਬਣਾਏ ਕਿ ਕਿਸੇ ਨੂੰ ਛੋਟੇ ਵੱਡੇ ਦਾ ਅਹਿਸਾਸ ਨਾ ਹੋਵੇ। ਸੋ ਇਹ ਸਟੋਰੀ ਪੜ੍ਹ ਕੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਉਹ ਜਿਵੇਂ ਅਸੀਂ ਕਹਿਣ ਨੂੰ ਤਾਂ ਗੱਲਾਂ ਤੇ ਬੜੀਆਂ ਬਣਾਈਆਂ ਹੋਈਆਂ ਨੇ ਅਸੀਂ ਸਿਖਾਉਣ ਵਾਸਤੇ, ਪਰ ਉਹ ਜਿਵੇਂ ਕਹਿੰਦੇ ਨਾ ਕਿ ਉਹ ਆਪ ਮੀਆਂ ਫਜ਼ੀਅਤ ਜੀ, ਲੋਕਾਂ ਨੂੰ ਨਸੀਹਤ ਦਿੰਦੇ ਅਸੀਂ। ਤਾਂ ਮਤਲਬ ਕਿ ਅਸੀਂ ਕਹਿੰਦੇ ਕਿ ਜਹਾਂ ਸਫਾਈ ਤਹਾਂ ਖੁਦਾਈ ਜੀ। ਪਰ ਹੁੰਦਾ ਕੀ ਹੈ ਕਿ ਮੂੰਗਫਲੀ ਅਸੀਂ ਕਾਰ 'ਚ ਚੱਬਦੇ ਆ ਤੇ ਛਿਲਕੇ ਬਾਹਰ। ਸੋ ਇਸ ਕਰਕੇ ਇੱਦਾਂ ਦੀਆਂ ਜਿਹੜੀਆਂ ਆਦਤਾਂ ਨੇ ਉਹ ਸਾਨੂੰ ਵੀ ਅਪਣਾਉਣੀਆਂ ਪੈਣਗੀਆਂ। ਜਾਪਾਨੀ ਕੰਪਨੀ ਦੀ ਬੜੀ ਵਧੀਆ ਪਹਿਲ ਲੱਗੀ ਕਿ ਉਹਨਾਂ ਦਾ ਵੱਡੇ ਤੋਂ ਵੱਡਾ ਅਧਿਕਾਰੀ ਵੀ ਜਿਹੜਾ ਉਹ ਨਾਲ ਸਫਾਈ ਕਰਵਾਉਂਦਾ ਵਰਕਰਾਂ ਦੇ ਨਾਲ ਜੀ।